रब दा कलाम लेके आए हाँ, यीशु दा सलाम लेके आए हाँ, यीशु दा सलाम लेके आए हाँ। ओदे बिना असीं किस कम दे, दुनिया दे हाँ घड़ी दम दे। ओदे बिना असीं किस कम दे, दुनिया दे हाँ घड़ी दम दे। उस दा पैगाम लेके आए हाँ, यीशु दा सलाम लेके आए हाँ, यीशु दा सलाम लेके आए हाँ। रब दा कलाम लेके आए हाँ, यीशु दा सलाम लेके आए हाँ, यीशु दा सलाम लेके आए हाँ, यीशु दा सलाम लेके आए हाँ। ਭਲਾ ਮਨੁੱਖ ਗਿਆਨ ਭਰੀਆਂ ਗੱਲਾਂ ਕਰਦਾ ਹੈ ਅਤੇ ਉਹ ਨਿਆਂ ਦੇ ਬਾਰੇ ਬੋਲਦਾ ਹੈ। ਖੁਦਾ ਦੀ ਵਿਵਸਥਾ ਉਸ ਦੇ ਮਨ ਵਿੱਚ ਹੈ। ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਸੰਤ ਥੋਮਸ ਐਕਵਿਨਸ ਪੁਰੋਹਿਤ ਅਤੇ ਕਲੀਸਿਆ ਦਾ ਧਰਮ ਵਿਦਵਾਨ ਦਾ ਦਿਨ ਮਨਾਉਂਦੇ। ਸੰਤ ਥੋਮਸ ਇੱਕ ਬਹੁਤ ਬੜਾ ਬੁੱਧੀਜੀਵੀ ਸੀ ਅਤੇ ਉਸਨੇ ਕਲੀਸਿਆਈ ਲਿਖਤਾਂ ਨੂੰ ਬੜੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਕਲੀਸਿਆ ਦੇ ਵਿਸ਼ਵਾਸ ਨੂੰ ਉਸਨੇ ਆਪਣੀਆਂ ਲਿਖਤਾਂ ਦੇ ਦੁਆਰਾ ਮਜ਼ਬੂਤ ਕੀਤਾ, ਅੱਗੇ ਵਧਾਇਆ ਅਤੇ ਉਸ ਨੂੰ ਡਿਫੈਂਡ ਕੀਤਾ ਹੈ। ਸੰਤ ਥੋਮਸ ਬਹੁਤ ਬੁੱਧੀਜੀਵੀ ਹੋਣ ਦੇ ਨਾਤੇ ਵੀ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਦਿਲੋਂ ਉਹਨਾਂ ਦਾ ਤਜਰਬਾ ਕਰਦੇ ਹਨ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਲਿਖਤਾਂ ਬੇਕਾਰ ਹਨ। ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਜਾਂ ਉਹਨਾਂ ਦੀ ਰੂਹਾਨੀਅਤ, ਪਵਿੱਤਰਤਾ ਦੀ ਝਲਕ ਦੇ ਸਾਹਮਣੇ ਇਹ ਸਭ ਚੀਜ਼ਾਂ ਜੋ ਉਹਨਾਂ ਨੇ ਕੀਤੀਆਂ ਸਨ ਇੱਕਦਮ ਬੇਕਾਰ ਲੱਗਦੀਆਂ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਖੁਦਾ ਆਪਣੇ ਆਪ ਵਿੱਚ ਸਭ ਤੋਂ ਉੱਤਮ ਹੈ, ਖੁਦਾ ਸਭ ਤੋਂ ਉੱਪਰ ਹੈ, ਖੁਦਾ ਹਰ ਇੱਕ ਚੀਜ਼ ਵਿੱਚ ਸਭ ਤੋਂ ਵੱਧ ਹੈ ਅਤੇ ਦੁਨਿਆਵੀ ਚੀਜ਼ਾਂ ਕੋਈ ਮਾਇਨਾ ਨਹੀਂ ਰੱਖਦੀਆਂ, ਦੁਨਿਆਵੀ ਮਹਾਨਤਾਵਾਂ ਕੋਈ ਮਾਇਨਾ ਨਹੀਂ ਰੱਖਦੀਆਂ, ਸਾਡੇ ਵੱਡੇ ਵੱਡੇ ਕੰਮ ਕੁਛ ਵੀ ਨਹੀਂ ਹਨ। ਸੰਤ ਥੋਮਸ ਸਾਨੂੰ ਅੱਜ ਯਾਦ ਦਿਲਾਉਂਦਾ ਹੈ ਕਿ ਅਸੀਂ ਕਿੰਨੇ ਵੀ ਮਹਾਨ ਹੋ ਜਾਈਏ, ਅਸੀਂ ਕਿੰਨੇ ਵੀ ਬੁੱਧੀਜੀਵੀ ਬਣ ਜਾਈਏ, ਅਸੀਂ ਕਿੰਨੇ ਵੀ ਵੱਡੇ ਵੱਡੇ ਕੰਮ ਕਿਉਂ ਨਾ ਕਰੀਏ, ਪਰ ਖੁਦਾ ਦੀ ਖੁਦਾਈਅਤ ਦੇ ਸਾਹਮਣੇ ਅਸੀਂ ਕੁਛ ਵੀ ਨਹੀਂ ਹਾਂ। ਅਤੇ ਇਸ ਲਈ ਸਾਨੂੰ ਹਮੇਸ਼ਾ ਆਪਣੀ ਪਹਿਚਾਨ ਖੁਦਾ ਵਿੱਚ ਬਣਾਉਣੀ ਚਾਹੀਦੀ ਹੈ, ਜੋ ਅਨੰਤ ਹੈ, ਜੋ ਅਨੰਤ ਕਾਲ ਤੱਕ ਹੈ, ਜੋ ਹਮੇਸ਼ਾ ਹੈ, ਜੋ ਸਭ ਤੋਂ ਉੱਤਮ ਹੈ। ਤਾਂ ਅਸੀਂ ਵੀ ਹਮੇਸ਼ਾ ਅਨੰਤ ਕਾਲ ਤੱਕ ਆਪਣਾ ਜੀਵਨ ਖੁਦਾ ਵਿੱਚ ਗੁਜ਼ਾਰ ਸਕਦੇ ਹਾਂ। ਤਾਂ ਆਓ ਅਸੀਂ ਆਪਣੇ ਮਨ ਵਿੱਚੋਂ ਹਰ ਤਰ੍ਹਾਂ ਦਾ ਘਮੰਡ, ਆਪਣੇ ਗੁਨਾਹ ਦੇ ਬਾਰੇ ਜੋ ਅਸੀਂ ਘਮੰਡ ਕਰਦੇ ਹਾਂ, ਆਪਣੇ ਕੰਮਾਂ ਦੇ ਬਾਰੇ ਜੋ ਅਸੀਂ ਘਮੰਡ ਕਰਦੇ ਹਾਂ,
ਆਪਣੇ ਆਪ ਬਾਰੇ ਜੋ ਅਸੀਂ ਕਮੰਡ ਕਰਦੇ ਹਾਂ, ਖੁਦਾ ਨੂੰ ਪਹਿਚਾਨਣ ਨਾਲ ਉਸ ਕਮੰਡ ਨੂੰ ਦੂਰ ਕਰੀਏ ਅਤੇ ਸਿਰਫ ਖੁਦਾ ਵਿੱਚ ਸਭ ਕੁਝ ਜੋ ਸਭ ਤੋਂ ਉੱਤਮ ਹੈ ਉਸ ਵਿੱਚ ਲੱਭਣ ਦੀ ਕੋਸ਼ਿਸ਼ ਕਰੀਏ। ਅਸੀਂ ਆਪਣੇ ਮਨ, ਆਪਣੇ ਦਿਲ ਖੁਦਾ ਵੱਲ ਲਾਉਂਦੇ ਹੋਏ ਆਪਣੇ ਪਾਪਾਂ ਤੇ ਪਛਤਾਵਾ ਕਰੀਏ ਅਤੇ ਮਾਫੀ ਮੰਗੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਵੋ ਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਿੱਧੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਸੰਤ ਥੋਮਸ ਐਕਵੀਨਸ ਨੂੰ ਪਵਿੱਤਰ ਸਿਧਾਂਤਾਂ ਦੀ ਪੜ੍ਹਾਈ ਦਾ ਅਤੇ ਪਵਿੱਤਰਤਾ ਵਿੱਚ ਲਗਨ ਦਾ ਇੱਕ ਉੱਤਮ ਨਮੂਨਾ ਬਣਾਇਆ। ਸਾਨੂੰ ਬਰਕਤ ਦੇ ਕੇ ਅਸੀਂ ਤੇਰੇ ਫਜ਼ਲ ਨਾਲ ਉਸ ਦੀ ਸਿੱਖਿਆ ਨੂੰ ਸਮਝ ਸਕੀਏ ਅਤੇ ਉਸ ਦੇ ਨੇਕ ਅਤੇ ਪਵਿੱਤਰ ਜੀਵਨ ਦੀ ਪੈਰਵੀ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੂੰ ਸਦਾ ਤੀਕਰ। ਆਮੀਨ। ਪਾਠ ਪਹਿਲਾ ਸੈਮੂਏਲ ਦੀ ਦੂਸਰੀ ਪੁਸਤਕ ਵਿੱਚੋਂ, ਉਸ ਦਾ 11 ਬਾਬ 1 ਤੋਂ 4 ਆਇਤ ਤੱਕ, 5 ਤੋਂ 10 ਅਤੇ 13 ਤੋਂ 17 ਆਇਤ ਤੱਕ। ਅਗਲੇ ਸਾਲ ਬਸੰਤ ਦੀ ਰੁੱਤੇ ਜਦੋਂ ਆਮ ਕਰਕੇ ਰਾਜਾ ਲੋਕ ਲੜਾਈ ਲਈ ਨਿਕਲਦੇ ਹਨ, ਤਾਂ ਦਾਊਦ ਨੇ ਯੋਆਬ ਅਤੇ ਆਪਣੀ ਸਾਰੀ ਸੈਨਾ ਨੂੰ ਅਮੋਨੀਆ ਨਾਲ ਲੜਨ ਘੱਲਿਆ। ਇਸਰਾਇਲੀ ਸੈਨਾ ਨੇ ਜਾ ਕੇ ਅਮੋਨੀਆ ਨੂੰ ਨਾਸ਼ ਕਰ ਦਿੱਤਾ ਅਤੇ ਉਹਨਾਂ ਦੇ ਸ਼ਹਿਰ ਰਬਾ ਉੱਤੇ ਕਬਜ਼ਾ ਕਰ ਲਿਆ। ਇਸ ਸਮੇਂ ਦਾਊਦ ਯਰੂਸ਼ਲਮ ਵਿੱਚ ਹੀ ਸੀ। ਇੱਕ ਦਿਨ ਦਾਊਦ ਰਾਜਾ ਆਪਣੀ ਬੈਠਕ ਵਿੱਚੋਂ ਉੱਠ ਕੇ ਆਪਣੇ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ, ਤਾਂ ਉਸ ਨੇ ਗੁਆਂਢ ਦੇ ਘਰ ਵਿੱਚ ਇੱਕ ਔਰਤ ਨੂੰ ਨਹਾਉਂਦੇ ਵੇਖਿਆ ਜੋ ਬਹੁਤ ਸੁੰਦਰ ਸੀ। ਦਾਊਦ ਨੇ ਤੁਰੰਤ ਉਸ ਔਰਤ ਬਾਰੇ ਜਾਣਨ ਲਈ ਆਪਣੇ ਸੇਵਕ ਘੱਲੇ, ਜਿਨ੍ਹਾਂ ਨੇ ਪਤਾ ਕਰਨ ਦੇ ਪਿੱਛੋਂ ਆ ਕੇ ਦੱਸਿਆ ਕਿ ਅਲੀਆਮ ਦੀ ਧੀ ਬਤਸ਼ਬਾ ਹੈ, ਜਿਸ ਦਾ ਪਤੀ ਹਿੱਤੀ ਉਰੀਆ ਹੈ। ਤਦ ਦਾਊਦ ਨੇ ਸੰਦੇਸ਼ਵਾਹਕ ਘੱਲ ਕੇ ਬਤਸ਼ਬਾ ਨੂੰ ਆਪਣੇ ਕੋਲ ਬੁਲਾ ਕੇ ਉਸ ਨਾਲ ਸੰਗ ਕੀਤਾ। ਕੁਝ ਸਮੇਂ ਦੇ ਪਿੱਛੋਂ ਬਤਸ਼ਬਾ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੋ ਗਈ ਹੈ, ਤਾਂ ਉਸ ਨੇ ਇਸ ਦੀ ਸੂਚਨਾ ਦਾਊਦ ਕੋਲ ਘੱਲੀ। ਤਦ ਦਾਊਦ ਨੇ ਯੋਆਬ ਕੋਲ ਸੰਦੇਸ਼ ਘੱਲਿਆ ਕਿ ਮੇਰੇ ਕੋਲ ਹਿੱਤੀ ਉਰੀਆ ਨੂੰ ਘੱਲ। ਯੋਆਬ ਨੇ ਹਿੱਤੀ ਉਰੀਆ ਨੂੰ ਦਾਊਦ ਕੋਲ ਘੱਲ ਦਿੱਤਾ। ਉਰੀਆ ਦੇ ਵਾਪਸ ਆਉਣ ਤੇ ਰਾਜਾ ਦਾਊਦ ਨੇ ਉਸ ਕੋਲੋਂ ਯੋਆਬ ਅਤੇ ਆਪਣੀ ਸੈਨਾ ਦਾ ਹਾਲ ਚਾਲ ਪੁੱਛਿਆ ਅਤੇ ਇਹ ਵੀ ਕਿ ਲੜਾਈ ਕਿਸ ਤਰ੍ਹਾਂ ਚੱਲਦੀ ਹੈ। ਤਦ ਦਾਊਦ ਨੇ ਉਰੀਆ ਨੂੰ ਕਿਹਾ, ਤੂੰ ਜਾ ਕੇ ਘਰ ਕੁਝ ਦੇਰ ਆਰਾਮ ਕਰ। ਉਰੀਆ ਦੇ ਜਾਣ ਪਿੱਛੋਂ ਰਾਜਾ ਨੇ ਉਸ ਦੇ ਘਰ ਸੁਗਾਤ ਵੀ ਘੱਲੀ, ਪਰ ਉਰੀਆ ਆਪਣੇ ਘਰ ਨਾ ਗਿਆ, ਸਗੋਂ ਰਾਜਾ ਦੇ ਫਾਟਕ ਵਿੱਚ ਪਹਿਰੇਦਾਰ ਕੋਲ ਹੀ ਸੁੱਤਾ ਰਿਹਾ। ਜਦੋਂ ਦਾਊਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਉਰੀਆ ਨੂੰ ਕਿਹਾ, ਤੂੰ ਥੱਕਾ ਹੋਇਆ ਕਾਫੀ ਸਮੇਂ ਦੇ ਪਿੱਛੋਂ ਲੜਾਈ ਦੇ ਮੈਦਾਨ ਵਿੱਚੋਂ ਵਾਪਸ ਆਇਆ ਹੈ, ਫਿਰ ਤੂੰ ਘਰ ਕਿਉਂ ਨਹੀਂ ਗਿਆ? ਦਾਊਦ ਨੇ ਉਸ ਨੂੰ ਭੋਜ ਉੱਤੇ ਸੱਦ ਕੇ ਖੂਬ ਖੁਆਇਆ ਪਿਆਇਆ, ਪਰ ਉਹ ਰਾਤ ਵੀ ਹੀ ਰਾਜਾ ਦੇ ਪਹਿਰੇਦਾਰ ਕੋਲ ਸੁੱਤਾ ਰਿਹਾ ਅਤੇ ਆਪਣੇ ਘਰ ਨਾ ਗਿਆ। ਅਗਲੀ ਸਵੇਰ ਦਾਊਦ ਨੇ ਯੋਆਬ ਦੇ ਲਈ ਇੱਕ ਪੱਤਰ ਲਿਖਿਆ ਅਤੇ ਉਰੀਆ ਦੇ ਰਾਹੀਂ ਉਸ ਕੋਲ ਘੱਲਿਆ। ਉਸ ਨੇ ਯੋਆਬ ਨੂੰ ਲਿਖਿਆ, ਉਰੀਆ ਨੂੰ ਸਭ ਤੋਂ ਅੱਗੇ ਜਿੱਥੇ ਖੂਬ ਲੜਾਈ ਹੋ ਰਹੀ ਹੋਵੇ ਰੱਖ, ਅਤੇ ਜਦੋਂ ਲੜਾਈ ਜ਼ੋਰ ਫੜੇ ਤਾਂ ਤੂੰ ਪਿੱਛੇ ਹਟ ਜਾਵੀਂ, ਤਾਂ ਜੋ ਉਰੀਆ ਉੱਥੇ ਹੀ ਮਾਰਿਆ ਜਾਵੇ। ਸੋ ਯੋਆਬ ਜਦੋਂ ਸ਼ਹਿਰ ਉੱਤੇ ਕਬਜ਼ਾ ਕਰ ਰਿਹਾ ਸੀ ਤਾਂ ਉਸ ਨੇ ਉਰੀਆ ਨੂੰ ਸਭ ਤੋਂ ਅੱਗੇ ਇਹੋ ਜਿਹੀ ਥਾਂ ਤੇ ਰੱਖਿਆ ਜਿੱਥੇ ਉਸ ਨੂੰ ਪਤਾ ਸੀ ਕਿ ਦੁਸ਼ਮਣ ਦੀ ਸੈਨਾ ਦਾ ਪੂਰਾ ਜ਼ੋਰ ਹੈ।
ਸੋ ਦੁਸ਼ਮਣ ਦੀ ਸੈਨਾ ਆ ਕੇ ਯੋਆਬ ਦੇ ਆਦਮੀਆਂ ਨਾਲ ਲੜੀ ਅਤੇ ਯੋਆਬ ਦੇ ਕੁਝ ਅਧਿਕਾਰੀ ਮਾਰੇ ਗਏ, ਜਿਨ੍ਹਾਂ ਵਿੱਚ ਉਰੀਆ ਵੀ ਸੀ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਯਿਸੂ ਨੇ ਕਿਹਾ, ਖੁਦਾ ਦਾ ਰਾਜ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਕੋਈ ਆਦਮੀ ਜ਼ਮੀਨ ਵਿੱਚ ਬੀਜ ਦਾ ਛੱਟਾ ਦਿੰਦਾ ਹੈ ਅਤੇ ਉਹ ਸੌਂਦਾ ਅਤੇ ਜਾਗਦਾ ਹੈ ਅਤੇ ਰਾਤੀ ਅਤੇ ਦਿਨੇ ਬੀਜ ਉਗਦਾ ਹੈ ਅਤੇ ਵੱਧਦਾ ਜਾਂਦਾ ਹੈ ਅਤੇ ਆਦਮੀ ਨਹੀਂ ਜਾਣਦਾ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ।
ਜ਼ਮੀਨ ਆਪਣੇ ਆਪ ਫਸਲ ਪੈਦਾ ਕਰਦੀ ਹੈ। ਪਹਿਲਾਂ ਕਰੂੰਬਲਾਂ, ਫਿਰ ਸਿੱਟੇ ਅਤੇ ਫਿਰ ਸਿੱਟਿਆਂ ਵਿੱਚ ਪੂਰੇ ਦਾਣੇ। ਪਰ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਹ ਤੁਰੰਤ ਦਾਤਰੀ ਚਲਾਉਂਦਾ ਹੈ, ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ। ਉਸ ਨੇ ਕਿਹਾ, ਖੁਦਾ ਦੇ ਰਾਜ ਦੀ ਤੁਲਨਾ ਅਸੀਂ ਕਿਸ ਨਾਲ ਕਰੀਏ, ਜਾਂ ਇਸ ਦੇ ਲਈ ਅਸੀਂ ਕਿਹੜੀ ਤਮਸੀਲ ਵਰਤੀਏ। ਇਹ ਰਾਈ ਦੇ ਬੀਜ ਵਰਗਾ ਹੈ, ਜੋ ਜ਼ਮੀਨ ਵਿੱਚ ਜਦੋਂ ਬੀਜਿਆ ਜਾਂਦਾ ਹੈ ਤਾਂ ਧਰਤੀ ਦੇ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ। ਫਿਰ ਵੀ ਜਦੋਂ ਉਹ ਬੀਜਿਆ ਜਾਂਦਾ ਹੈ ਤਾਂ ਵੱਧ ਜਾਂਦਾ ਹੈ ਤੇ ਸਭ ਬੂਟਿਆਂ ਨਾਲੋਂ ਵੱਡਾ ਹੋ ਜਾਂਦਾ ਹੈ, ਅਤੇ ਉਸ ਦੀਆਂ ਟਹਿਣੀਆਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਆਕਾਸ਼ ਦੇ ਪੰਛੀ ਉਸ ਦੀ ਛਾਂ ਵਿੱਚ ਆਲ੍ਹਣੇ ਬਣਾ ਸਕਦੇ ਹਨ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦਾ ਪਹਿਲਾ ਪਾਠ ਸ਼ਾਇਦ ਸਾਨੂੰ ਹੈਰਾਨ ਵੀ ਕਰਦਾ ਹੋਵੇਗਾ ਕਿ ਰਾਜਾ ਦਾਊਦ, ਜੋ ਕਿ ਖੁਦਾ ਦੇ ਦਿਲ ਦੇ ਅਨੁਸਾਰ ਇੱਕ ਰਾਜਾ ਗਿਣਿਆ ਜਾਂਦਾ ਸੀ, ਅੱਜ ਉਹ ਖੁਦਾ ਦੀ ਹਜ਼ੂਰੀ ਵਿੱਚ ਪਾਪ ਕਰਦਾ ਹੈ। ਜੋ ਸਭ ਤੋਂ ਵਧੀਆ ਰਾਜਾ ਗਿਣਿਆ ਜਾਂਦਾ ਸੀ, ਅੱਜ ਉਹ ਵੀ ਖੁਦਾ ਦੀਆਂ ਨਜ਼ਰਾਂ ਵਿੱਚ ਡਿੱਗ ਜਾਂਦਾ ਹੈ। ਪਰ ਜਦੋਂ ਦਾਊਦ ਰਾਜੇ ਨੂੰ ਉਸ ਦੇ ਪਾਪ ਬਾਰੇ ਦੱਸਿਆ ਜਾਂਦਾ ਹੈ ਤਾਂ ਸੱਚਮੁੱਚ ਦਿਲੋਂ ਪਛਤਾਵਾ ਕਰਦਾ ਹੈ ਅਤੇ ਖੁਦਾ ਦੀ ਮਾਫੀ ਵੀ ਹਾਸਲ ਕਰਦਾ ਹੈ। ਪਰ ਉਸ ਨੂੰ ਉਸ ਦੇ ਪਾਪ ਦੀ ਸਜ਼ਾ ਵੀ ਮਿਲਦੀ ਹੈ। ਖੁਦਾ ਦਇਆਵਾਨ ਹੈ, ਪਰ ਖੁਦਾ ਨਿਆਂਕਾਰੀ ਵੀ ਹੈ। ਇਸ ਲਈ ਸਾਨੂੰ ਸਾਡੇ ਗੁਨਾਹਾਂ ਦੀ ਮਾਫੀ ਮੰਗਣਾ ਜ਼ਰੂਰੀ ਹੈ। ਖੁਦਾ ਮਾਫ ਕਰਦਾ ਹੈ, ਪਰ ਫਿਰ ਵੀ ਸਾਨੂੰ ਜੋ ਜ਼ਰੂਰੀ ਸਜ਼ਾ ਹੈ ਉਸ ਦੀ ਭੁਗਤਣੀ ਪੈਂਦੀ ਹੈ ਆਪਣੀਆਂ ਗਲਤੀਆਂ ਦੀ। ਇਸ ਲਈ ਖੁਦਾ ਦੀ ਦਇਆ ਦੇ ਨਾਲ ਨਾਲ ਸਾਨੂੰ ਸਾਡੇ ਬੁਰੇ ਕੀਤੇ ਦਾ ਫਲ ਵੀ ਮਿਲਦਾ ਹੈ। ਦੂਜੇ ਪਾਠ ਵਿੱਚ ਅਸੀਂ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਦੋ ਤਮਸੀਲਾਂ ਦੇ ਦੁਆਰਾ ਖੁਦਾ ਦੇ ਰਾਜ ਦੇ ਬਾਰੇ ਸਮਝਾਉਂਦੇ ਹਨ ਕਿ ਅਸੀਂ ਖੁਦਾ ਦੇ ਰਾਜ ਦੀ ਤੁਲਨਾ ਕਿੱਦਾਂ ਕਰੀਏ। ਇੱਕ ਤਾਂ ਬੀਜ ਜ਼ਮੀਨ ਵਿੱਚ ਸੁੱਟਿਆ ਜਾਂਦਾ ਅਤੇ ਉਹ ਬੀਜ ਜ਼ਮੀਨ ਦੇ ਵਿੱਚੋਂ ਆਪਣੇ ਆਪ ਉੱਗਦਾ ਹੈ ਅਤੇ ਉਸ ਦਾ ਸਮਾਂ ਪੂਰਾ ਹੋਣ 'ਤੇ ਉਹ ਆਪਣਾ ਫਲ ਪੈਦਾ ਕਰਦਾ ਹੈ। ਦੂਜੀ ਤਮਸੀਲ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਰਾਈ ਦਾ ਦਾਣਾ ਸਭ ਤੋਂ ਛੋਟਾ ਹੈ, ਪਰ ਉਹ ਦੂਸਰੇ ਬੂਟਿਆਂ ਨਾਲੋਂ ਵੱਡਾ ਹੋ ਜਾਂਦਾ ਹੈ। ਉਹਦੀ ਛਾਂ ਦੇ ਵਿੱਚ ਆ ਕੇ ਪੰਛੀ ਵੀ ਆਪਣੇ ਆਲ੍ਹਣੇ, ਆਪਣੇ ਘਰ ਬਣਾਉਂਦੇ ਹਨ। ਹੁਣ ਛੋਟੇ ਜਿਹੇ ਬੀਜ ਜੋ ਕਿ ਦੂਸਰਿਆਂ ਨਾਲੋਂ ਵੱਧ ਜਾਂਦਾ ਹੈ, ਸਾਨੂੰ ਇਸ ਦੀ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਜਦੋਂ ਪਰੇਸ਼ਾਨ ਹੋਈਏ, ਮੁਸ਼ਕਿਲ ਵਿੱਚ ਹੋਈਏ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਛੋਟੇ ਛੋਟੇ ਕੰਮਾਂ ਨਾਲ, ਆਪਣੀ ਛੋਟੇ ਛੋਟੇ ਕੋਸ਼ਿਸ਼ਾਂ ਨਾਲ ਅਸੀਂ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਹਾਂ। ਕਹਿਣ ਦਾ ਭਾਵ ਕਿ ਅਸੀਂ ਸੱਚਮੁੱਚ ਛੋਟੀਆਂ ਗੱਲਾਂ ਨਾਲ, ਛੋਟੀਆਂ ਕੋਸ਼ਿਸ਼ਾਂ ਨਾਲ, ਛੋਟੇ ਕੰਮਾਂ ਨਾਲ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਹਾਂ। ਹਮੇਸ਼ਾ ਸਾਨੂੰ ਉੱਪਰੋਂ ਹੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇੱਕਦਮ ਵੱਡੇ ਹੋ ਜਾਈਏ, ਇੱਕਦਮ ਅਸੀਂ ਕੋਈ ਚੀਜ਼ ਨੂੰ ਅਪਣਾ ਲਈਏ, ਇੱਕਦਮ ਅਸੀਂ ਸਟਾਰ ਬਣ ਜਾਈਏ। ਇੱਦਾਂ ਨਹੀਂ, ਪਰ ਆਪਣੀ ਛੋਟੀ ਜਿਹੀ ਜੋ ਵੀ ਸਾਡੇ ਵਿੱਚ ਖੂਬੀਆਂ ਹਨ, ਜੋ ਵੀ ਸਾਡੇ ਵਿੱਚ ਨੇਕੀਆਂ ਹਨ, ਅਸੀਂ ਉਹਨਾਂ ਨੂੰ ਇੱਕ ਇੱਕ ਕਦਮ ਚੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਜ਼ਿੰਦਗੀ ਬਣਾ ਸਕਦੇ ਹਾਂ। ਤੋ ਰਾਈ ਦੇ ਦਾਣੇ ਦਾ ਸਾਨੂੰ ਇਹੀ ਮਿਲਦਾ ਹੈ ਕਿ ਦੁਨੀਆ ਵਿੱਚ ਛੋਟੇ ਤੋਂ ਛੋਟਾ ਇਨਸਾਨ ਵੀ ਵੱਡਾ ਬਣ ਸਕਦਾ ਹੈ। ਸਾਡੇ ਛੋਟੇ ਛੋਟੇ ਕੰਮ ਵੀ ਸਾਨੂੰ ਵੱਡੇ ਇਨਸਾਨ ਬਣ ਸਕਦੇ ਨੇ, ਸਾਨੂੰ ਵੱਡੇ ਹੋ ਸਕਦੇ। ਤੇ ਆਓ ਅਸੀਂ ਕਦੀ ਵੀ ਨਿਰਾਸ਼ ਹੋਣ ਦੀ ਕੋਸ਼ਿਸ਼, ਆਓ ਅਸੀਂ ਆਪਣੀ ਪਰੇਸ਼ਾਨੀਆਂ ਵਿੱਚ
ਨਿਰਾਸ਼ ਹੋ ਕੇ ਆਪਣਾ ਦਿਲ ਨਾ ਛੱਡੀਏ, ਸਗੋਂ ਹਰ ਛੋਟੀ ਸੋਚ ਨਾਲ, ਛੋਟੇ ਕੰਮ ਨਾਲ ਅਸੀਂ ਆਪਣੇ ਆਪ ਨੂੰ ਰਾਈ ਦੇ ਦਾਣੇ ਵਾਂਗ ਇਸ ਸਮਾਜ ਵਿੱਚ ਆਪਣੇ ਆਪ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰੀਏ। ਖੁਦਾ ਹਮੇਸ਼ਾ ਸਾਡਾ ਸਾਥ ਦਿੰਦਾ ਹੈ, ਖੁਦਾ ਸਾਨੂੰ ਮਾਫੀ ਦਿੰਦਾ ਹੈ, ਖੁਦਾ ਸਾਨੂੰ ਫਿਰ ਬਹਾਲ ਕਰਦਾ ਹੈ, ਖੁਦਾ ਸਾਨੂੰ ਫਿਰ ਨਰੋਇਆ ਕਰਦਾ ਹੈ। ਸਾਨੂੰ ਖੁਦਾ 'ਤੇ ਭਰੋਸਾ ਰੱਖਣਾ ਚਾਹੀਦਾ ਹੈ, ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦਾ ਰਹਿਣਾ ਚਾਹੀਦਾ ਹੈ, ਤਾਂ ਅਸੀਂ ਜ਼ਰੂਰ ਕਾਮਯਾਬ ਹੋ ਸਕਦੇ ਹਾਂ। ਸਿਰਫ ਆਪਣੀ ਦੁਨਿਆਵੀ ਜ਼ਿੰਦਗੀ ਵਿੱਚ ਹੀ ਨਹੀਂ, ਸਗੋਂ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਵੀ। ਹਰ ਜਦੋਂ ਅਸੀਂ ਨਵਾਂ ਕਦਮ ਚੁੱਕਦੇ ਹਾਂ ਅਸੀਂ ਨਾਕਾਮ ਹੋ ਜਾਂਦੇ ਹਾਂ। ਹਰ ਨਵਾਂ ਨਿਰਣੇ ਅਸੀਂ ਲੈਂਦੇ ਹਾਂ, ਕਈ ਵਾਰੀ ਉਹ ਪੂਰਾ ਨਹੀਂ ਹੁੰਦਾ। ਪਰ ਅੱਜ ਸਾਨੂੰ ਇਹ ਦਿਲਾਸਾ, ਇਹ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਆਪਣੀ ਲਗਨ ਵਿੱਚ, ਆਪਣੀ ਮਿਹਨਤ ਵਿੱਚ, ਆਪਣੀ ਸੋਚ ਵਿੱਚ ਜੁਟੇ ਰਹਿਣਾ ਚਾਹੀਦਾ ਹੈ, ਤਾਂ ਅਸੀਂ ਜ਼ਰੂਰ ਕਾਮਯਾਬ ਹੋ ਸਕਦੇ ਹਾਂ। ਆਮੀਨ। Blessed are you, Lord God of all creation, for through goodness you have received the ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਸੰਤ ਥਾਮਸ ਐਕੁਇਨਸ ਦੀ ਯਾਦ ਮਨਾਉਂਦੇ ਹੋਏ ਅਸੀਂ ਇਹ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਬਖਸ਼ ਦੇ ਕਿ ਉਸ ਦੇ ਨਮੂਨੇ ਦੀ ਪੈਰਵੀ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਸੰਪੂਰਨ ਤੌਰ 'ਤੇ ਤੇਰੀ ਮਹਿਮਾ ਦੀ ਸੇਵਾ ਲਈ ਸਮਰਪਣ ਕਰੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ, ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ
ਅੱਜ ਦੇ ਦਿਨ ਤੂੰ ਕਲੀਸਿਆ ਨੂੰ ਸੰਤ ਥੋਮਸ ਐਕਵੀਨਸ ਦੀ ਯਾਦ ਵਿੱਚ ਖੁਸ਼ੀ ਦਿੰਦਾ ਹੈ। ਉਸ ਦੇ ਨੇਕ ਅਤੇ ਪਵਿੱਤਰ ਜੀਵਨ ਰਾਹੀਂ ਤੂੰ ਸਾਨੂੰ ਪ੍ਰੇਰਨਾ ਦਿੰਦਾ ਹੈ ਅਤੇ ਉਸ ਦੇ ਪ੍ਰਚਾਰ ਰਾਹੀਂ ਸਾਨੂੰ ਸਿੱਖਿਆ ਦਿੰਦਾ ਹੈ। ਉਸ ਦੀ ਪ੍ਰਾਰਥਨਾ ਦੇ ਜਵਾਬ ਵਜੋਂ ਤੂੰ ਸਾਡੀ ਮਦਦ ਅਤੇ ਰਖਵਾਲੀ ਕਰਦਾ ਹੈ। ਇਸ ਲਈ ਅਸੀਂ ਸਵਰਗ ਦੇ ਫਰਿਸ਼ਤਿਆਂ ਅਤੇ ਸੰਤਾਂ ਦੇ ਢਾਣਿਆਂ ਨਾਲ ਰਲ ਕੇ ਤੇਰੀ ਸ਼ਾਨ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਿੱਧੀ ਵਿਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕ ਅਤੇ ਐਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜਿੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਨੂੰ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ, ਉਸ ਦੇ ਨਾਲ ਅਤੇ ਉਸ ਦੇ ਵਿੱਚ, ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਖੁਦਾ ਦੀ ਦਇਆ ਲਈ ਪ੍ਰਾਰਥਨਾ ਕਰੀਏ ਕਿ ਖੁਦਾ ਹਮੇਸ਼ਾ ਸਾਡੇ ਉੱਤੇ ਦਇਆ ਕਰੇ ਅਤੇ ਸਾਨੂੰ ਆਪਣੇ ਵਿਸ਼ਵਾਸ ਵਿੱਚ ਸੰਭਾਲ ਕੇ ਰੱਖੇ। ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ।
ਐ ਸਾਡੇ ਬਾਪ ਜਿਹੜਾ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਇਹ ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਕਹਿੰਦਾ ਹੈ, ਇਹ ਵਫਾਦਾਰ ਅਤੇ ਸਮਝਦਾਰ ਮੁੱਖ ਕਰਿੰਦਾ ਹੈ, ਜਿਸ ਨੂੰ ਉਸ ਦਾ ਮਾਲਕ ਆਪਣੇ ਘਰ-ਬਾਰ ਉੱਤੇ ਮੁਖਤਾਰੀ ਦਿੰਦਾ ਹੈ, ਤਾਂ ਜੋ ਉਹਨਾਂ ਨੂੰ ਠੀਕ ਸਮੇਂ ਤੇ ਉਹਨਾਂ ਦੇ ਹਿੱਸੇ ਦਾ ਭੋਜਨ ਦੇਵੇ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ ਸਾਡੇ ਬਾਪ, ਜੀਵਨ ਦੀ ਰੋਟੀ ਪ੍ਰਭੂ ਯਿਸੂ ਮਸੀਹ ਨਾਲ ਤੂੰ ਸਾਨੂੰ ਰਜਾਇਆ ਹੈ। ਉਸ ਦੇ ਅੰਜੀਲ ਦੀ ਪਾਠਸ਼ਾਲਾ ਵਿੱਚ ਸਾਨੂੰ ਸਿੱਖਿਆ ਦੇ
ਤਾਂ ਜੋ ਸੈਂਟ ਥਾਮਸ ਐਕਵਿਨਸ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਅਸੀਂ ਤੇਰੀ ਸੱਚਾਈ ਨੂੰ ਜਾਣੀਏ ਅਤੇ ਬੇਗਰਜ਼ ਪਿਆਰ ਨਾਲ ਉਸ ਦੀ ਗਵਾਹੀ ਦਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਏਗੀ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, याद कर ऐ निहायत मेहरबान कुआरी मरियम, पे ये कदी नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तैथों खाली क्या होवे। ऐ कुआरी कुआरियां दी अते मेरी मां, इस तसल्ली नाल मैं तेरे कोल नस के आउंदी हां अते तेरे अगे खलो के मैं गुनाही रोंदी हां। ऐ तारी होई कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। शांति दी रानी मुबारक मां मरियम साडे लिए दुआ कर।